ਉਹ ਟਾਈਮ ਦੇ ਯਾਦ ਕਰੋ ਜਦੋਂ ਬੀਬੀ ਭੱਠਲ ਪ੍ਰਧਾਨਗੀ ਤੋਂ ਲਾਹੀ ਸੀ ਔਰ 35 MLA ਲੈ ਕੇ ਦਿੱਲੀ ਬੈਠੀ ਰਹੀ ਸੀ। ਕੈਪਟਨ ਸਾਹਿਬ ਦਾ ਜਿਹੜਾ ਕਰੈਕਟਰ ਰਿਹਾ, ਜਿਹੜਾ ਇਤਿਹਾਸ ਰਿਹਾ, ਉਹ ਬੜਾ ਕਲੀਅਰ ਰਿਹਾ। ਉਹਨਾਂ ਦੀ ਜਿਹਨੂੰ ਰਗੜਿਆ, ਪੰਜਾਬੀ 'ਚ ਕਹਿੰਦੇ ਹੁੰਦੇ ਆ, ਟਕਾ ਕੇ ਰਗੜਿਆ। ਸਿੱਧੂ ਦਾ ਪ੍ਰਧਾਨ ਬਣਨਾ ਜਾਂ ਨਾ ਬਣਨਾ, ਮੈਂ ਨਹੀਂ ਸਮਝਦਾ ਇਹ ਕੋਈ ਬਹੁਤ ਮਾਇਨਾ ਰਖਾਉਂਦਾ। ਔਰ 4.5 ਸਾਲ ਬਾਅਦ ਇਹ ਕਾਟੋ ਕਲੇਸ ਪਾਉਣਾ, ਮੈਨੂੰ ਲੱਗਦਾ ਇਹ ਇੱਕ ਸਟ੍ਰੈਟਜੀ ਦਾ ਹਿੱਸਾ ਹੈਗਾ। 4.5 ਸਾਲ ਜਾਂ ਪੌਣੇ 5 ਸਾਲ ਹੁਣ ਤੱਕ ਜਿਹੜਾ ਹੈਗਾ ਲੋਕਾਂ ਦਾ ਬੇਵਕੂਫੇ ਬਣਾਉਂਦੇ ਰਹੇ। ਕੀ ਉਹ ਵਾਅਦੇ ਕਿੱਥੇ ਗਏ? ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਦੀ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕੱਲ ਤੱਕ ਲੱਗ ਰਿਹਾ ਸੀ ਕਿ ਸ਼ਾਇਦ ਇਸ ਉੱਤੇ ਇੱਕ ਵਿਰਾਮ ਲੱਗ ਚੁੱਕਾ ਹੈ, ਕਿਉਂਕਿ ਖਬਰਾਂ ਇਹ ਆ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ। ਹਜੇ ਕਿ ਓਫੀਸ਼ੀਅਲੀ ਇਸ ਉੱਤੇ ਕੋਈ ਜਾਣਕਾਰੀ ਨਹੀਂ ਹੈਗੀ। ਤੇ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਸੀਐਮ ਦਾ ਚਿਹਰਾ ਕੈਪਟਨ ਅਮਰਿੰਦਰ ਹੋਣਗੇ ਤੇ ਪ੍ਰਤਾਪ ਸਿੰਘ ਬਾਜਵਾ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ। ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ, ਇਹ ਤਾਂ ਹਜੇ ਤੱਕ ਸਾਹਮਣੇ ਨਹੀਂ ਆਈ। ਪਰ ਕੀ ਵਾਕਈ ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਤਾਂ ਕਾਟੋ ਕਲੇਸ਼ ਖਤਮ ਹੋ ਜਾਵੇਗਾ? ਇਸ ਉੱਤੇ ਆਪਾਂ ਚਰਚਾ ਕਰਦੇ। ਸਾਡੇ ਨਾਲ ਨੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਹੋਣੀ। ਧਾਰਨੀ ਸਾਹਿਬ, ਕੀ ਲੱਗਦਾ ਆ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਤਾਂ ਕੈਪਟਨ ਅਮਰਿੰਦਰ ਸਿੰਘ ਸੌਖ ਹੋਵੇਗੀ ਜਾਂ ਫਿਰ ਹੋਰ ਮੁਸ਼ਕਿਲਾਂ 'ਚ ਆ ਜਾਣਗੀਆਂ? ਜੇ ਆਪਾਂ ਪਿਛਲੇ ਇਤਿਹਾਸ ਦੀ ਗੱਲ ਕਰੀਏ ਤਾਂ ਉਹ ਟਾਈਮ ਦੇ ਯਾਦ ਕਰੋ ਜਦੋਂ ਬੀਬੀ ਭੱਠਲ ਪ੍ਰਧਾਨਗੀ ਤੋਂ ਲਾਹੀ ਸੀ ਔਰ 35 MLA ਲੈ ਕੇ ਦਿੱਲੀ ਬੈਠੀ ਰਹੀ ਸੀ। ਦੂਜਾ ਉਹ ਟਾਈਮ ਯਾਦ ਕਰੋ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਲਾਇਆ ਸੀ। ਸੋ ਕੈਪਟਨ ਸਾਹਿਬ ਦਾ ਜਿਹੜਾ ਕਰੈਕਟਰ ਰਿਹਾ, ਜਿਹੜਾ ਇਤਿਹਾਸ ਰਿਹਾ, ਉਹ ਬੜਾ ਕਲੀਅਰ ਰਿਹਾ। ਉਹਨਾਂ ਦੀ ਜਿਹਨੂੰ ਰਗੜਿਆ, ਪੰਜਾਬੀ 'ਚ ਕਹਿੰਦੇ ਹੁੰਦੇ ਆ, ਟਕਾ ਕੇ ਰਗੜਿਆ। ਠੀਕ ਹੈ। ਔਰ ਦੂਜੀ ਗੱਲ, ਸਿੱਧੂ ਦਾ ਪ੍ਰਧਾਨ ਬਣਨਾ ਜਾਂ ਨਾ ਬਣਨਾ, ਮੈਂ ਨਹੀਂ ਸਮਝਦਾ ਇਹ ਕੋਈ ਬਹੁਤ ਮਾਇਨਾ ਰਖਾਉਂਦਾ। ਔਰ 4.5 ਸਾਲ ਬਾਅਦ ਇਹ ਕਾਟੋ ਕਲੇਸ ਪਾਉਣਾ, ਮੈਨੂੰ ਲੱਗਦਾ ਇਹ ਇੱਕ ਸਟ੍ਰੈਟਜੀ ਦਾ ਹਿੱਸਾ ਹੈਗਾ। ਇਸ ਦੇ ਵਿੱਚ ਕੱਢਣ ਨੂੰ, ਪਾਉਣ ਨੂੰ ਕੁਛ ਨਹੀਂ ਹੈਗਾ। ਇਹ ਲੋਕਾਂ ਨੂੰ ਦਿਖਾਉਣ ਵਾਸਤੇ ਇੱਕ ਜਿਹੜਾ ਹੈਗਾ ਡਰਾਮਾ ਰਚਿਆ ਜਾ ਰਿਹਾ। ਤੁਸੀਂ ਅੱਜ ਦੀ ਅਖਬਾਰ ਦੀ ਖਬਰ ਪੜ੍ਹੋ, ਉਸ ਦੇ ਵਿੱਚ ਪ੍ਰਗਟ ਸਿੰਘ ਦਾ ਸਟੇਟਮੈਂਟ ਲੱਗੀ ਹੈ। ਉਹਨੇ ਕਿਹਾ ਕਿ ਜਿਹੜੇ ਹੁਣ ਵਾਅਦੇ ਸਿੱਧੂ ਨੂੰ ਪ੍ਰਧਾਨ ਦੀ ਗੱਲ ਕਰਕੇ ਵਾਅਦੇ ਪੂਰੇ ਕਰਨ ਵੱਲ, ਇਹਦਾ ਮਤਲਬ ਜਿਹੜਾ ਹੈਗਾ 4.5 ਸਾਲ ਜਾਂ ਪੌਣੇ 5 ਸਾਲ ਹੁਣ ਤੱਕ ਜਿਹੜਾ ਹੈਗਾ ਲੋਕਾਂ ਦਾ ਬੇਵਕੂਫੇ ਬਣਾਉਂਦੇ ਰਹੇ। ਕੀ ਉਹ ਵਾਅਦੇ ਕਿੱਥੇ ਗਏ? ਔਰ ਦੂਜੀ ਗੱਲ, ਕਾਂਗਰਸ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਆ ਜਿਹੜੇ ਐਂ ਸਮਝ ਲਓ ਵੀ ਮੋਢੇ ਹੈਗੇ ਆ ਕਾਂਗਰਸ ਦੇ, ਜਿਹਨਾਂ ਵਿੱਚ ਚਾਹੇ ਬਰਿਆਨ ਸਿੰਘ ਪਰਿਵਾਰ ਦੀ ਗੱਲ ਕਰ ਲਓ, ਚਾਹੇ ਦੂਲੋਂ ਦੀ ਗੱਲ ਕਰ ਲਓ, ਚਾਹੇ ਇਹ ਬਾਜਵਾ ਪਰਿਵਾਰ ਦੀ ਗੱਲ ਕਰ ਲਓ, ਚਾਹੇ ਰੰਧਾਵਾ ਪਰਿਵਾਰ ਦੀ ਗੱਲ ਕਰ ਲਓ, ਚਾਹੇ ਕੈਪਟਨ ਸਾਹਿਬ ਦੀ ਗੱਲ ਕਰ ਲਓ, ਚਾਹੇ ਹਿੰਦੂ ਕਈ ਪਰਿਵਾਰ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਜਿਹੜਾ ਹੈਗਾ ਕਾਂਗਰਸ ਅੱਜ ਰਾਜ ਕਰ ਰਹੀ ਹੈਗੀ, ਜਿਨ੍ਹਾਂ ਦੀਆਂ ਨੇ ਬੁਨਿਆਦਾਂ ਦੇ ਵਿੱਚ ਆਪਣਾ ਖੂਨ ਪਸੀਨਾ ਪਾਇਆ ਹੈਗਾ। ਅੱਜ ਇੱਕ ਬੰਦਾ ਜਿਹਦਾ ਕੋਈ ਸਿਰ ਪੈਰੇ ਨਹੀਂ ਹੈਗਾ, ਜਿੱਥੇ ਗਿਆ ਉੱਥੇ ਉਹਨੇ ਜਿਹੜਾ ਹੈਗਾ ਕੋਈ ਐਸਾ ਪੰਦਰੋਲ ਪਾਤਾ। ਚਾਹੇ ਕ੍ਰਿਕਟ ਟੀਮ ਦੀ ਗੱਲ ਕਰ ਲਓ, ਚਾਹੇ ਤੁਸੀਂ ਉਹਦੇ ਵਿੱਚ ਨੌਕਰੀ ਦੇ ਦੌਰਾਨ ਉਹ ਪਟਿਆਲੇ ਦੇ ਇੱਕ ਬੰਦੇ ਦਾ ਮਰਡਰ ਕਰਨ ਦੀ ਗੱਲ ਕਰ ਲਓ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਅੱਜ ਇੱਕ ਬੰਦਾ 4 ਸਾਲ ਹੋਏ ਆ ਉਹਨੂੰ ਕਾਂਗਰਸ ਜੁਆਇਨ ਕਰੀ ਨੂੰ, ਔਰ 4 ਸਾਲ ਦੇ ਵਿੱਚ ਸਾਰਿਆਂ ਨੂੰ ਦਰਕਨਾਰ ਕਰਕੇ ਕਹਿੰਦਾ ਵੀ ਮੈਨੂੰ ਪ੍ਰਧਾਨਗੀ ਦੇ ਦਿਓ, ਬਾਕੀਆਂ ਨੂੰ ਲਾਓ ਫਾਹੇ। ਮੈਂ ਹੁਣ ਤੁਹਾਨੂੰ ਇੱਕ ਸਵਾਲ ਪੁੱਛਦਾ ਹੈਗਾ ਕਿ ਅੱਜ ਜਿਹੜੇ ਰਾਤ 4-5 ਜਿਹੜੇ ਗੁੱਸੇ ਹੋਏ ਵੇ ਬੰਦੇ ਸੀ, ਉਹ ਉਹਦੇ ਘਰ ਉਹਨੂੰ ਮਿਲਣ ਗਏ ਹੈਗੇ ਆ। ਅੱਜ ਇਹ ਦੱਸੋ ਕਿ ਕਾਂਗਰਸ ਦਾ ਕਿਸੇ ਵੀ ਪਾਰਟੀ ਦਾ ਪ੍ਰਧਾਨ ਉਹ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਪ੍ਰਮਾਣਿਤ ਹੋਵੇ, ਜਿਹੜੇ ਸਾਰੇ ਧੜਿਆਂ ਨੂੰ ਬਰਾਬਰ ਰੱਖੇ, ਜਿਹੜਾ ਇਕੱਠਾ ਰੱਖੇ। ਉਹਦੇ ਨਾਲ ਤਾਂ ਕੋਈ ਜਾ ਕੇ ਰਾਜੀ ਨਹੀਂ ਹੈਗਾ, ਕੋਈ ਉਹਨੂੰ ਮੰਨ ਕੇ ਰਾਜੀ ਨਹੀਂ ਹੈਗਾ। ਸੋ ਕਿਵੇਂ ਜਿਹੜਾ ਹੈਗਾ ਇਹ ਸਾਰਾ ਕੁਝ? ਨਵਜੋਤ ਸਿੰਘ ਸਿੱਧੂ ਨੇ ਜਦ ਪ੍ਰਧਾਨ ਹਜੇ ਮਿਲੀ ਜਾਂ ਨਹੀਂ ਮਿਲੀ ਇੱਕ ਪਾਸੇ, ਪਰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ ਕਾਂਗਰਸ ਨੂੰ ਲੈ ਕੇ, ਵਾਅਦੇ ਪੂਰੇ ਕਰਨ ਨੂੰ ਲੈ ਕੇ। ਲੱਗਦਾ ਜੇ ਕੁਰਸੀ ਮਿਲ ਗਈ ਤਾਂ ਵਾਅਦੇ ਵੀ ਕਿਤੇ ਧੁੰਦਲੇ ਪੈ ਜਾਣਗੇ। ਦੇਖੋ, ਮੈਨੂੰ ਨਹੀਂ ਲੱਗਦਾ ਹੈਗਾ ਕਿ ਕੈਪਟਨ ਸਾਹਿਬ ਦੀਆਂ ਤੁਸੀਂ ਸਟੇਟਮੈਂਟਾਂ ਦੇਖੋ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਜਿਹੜੇ ਹੈਗੇ ਆ ਆਪਣੇ ਮਨ ਦੇ ਵਿੱਚੋਂ ਰੰਜਿਸ਼ ਕੱਢ ਦੇਣਗੇ? ਮੈਂ ਤਾਂ ਹੀ ਇਸੇ ਕਰਕੇ ਪਹਿਲਾਂ ਹਿਸਟਰੀ ਸਟਾਰਟ ਕੀਤੀ ਸੀ। ਤੁਸੀਂ ਕੈਪਟਨ ਸਾਹਿਬ ਦਾ ਇਹ ਕਹਿਣਾ ਕਿ ਪਹਿਲਾਂ ਜੇ ਸਿੰਘ ਆਇਆ ਸੀ, ਹੁਣ ਤੂੰ ਆ ਜਾ ਤੇ ਤੇਰੀ ਜ਼ਮਾਨਤ ਜ਼ਬਤ ਕਰਾ ਕੇ ਭੇਜੂ ਉੱਥੋਂ। ਠੀਕ ਹੈ। ਦੂਜਾ,
ਸਿੱਧੂ ਸਾਹਿਬ ਦਾ ਕਿਹੜਾ ਉਹ ਹੈ? ਤੁਸੀਂ ਮੈਂ 20 ਸਾਲ ਦੇ ਕੈਰੀਅਰ ਦੇ ਵਿੱਚ ਇੱਕ ਪ੍ਰੋਜੈਕਟ, ਇੱਕ ਕੰਮ ਉਹ ਦੱਸੋ ਜਿਹੜਾ ਸਿੱਧੂ ਸਾਹਿਬ ਨੇ ਉਸ ਕਾਂਸਟੀਚੁਐਂਸੀ ਲਈ ਜਿਸ ਤੋਂ ਉਹ ਜਿੱਤਦੇ ਰਹੇ ਕਰਾਇਆ ਹੋਵੇ। ਨੰਬਰ 1। ਹਾਂ, ਜੁਮਲੇ ਬਥੇਰੇ ਮਾਰੇ ਹੋਣਗੇ ਬਹੁਤ ਸਾਰੇ ਜਿਹੜੇ ਹੈਗੇ ਆ। ਔਰ ਜਦੋਂ ਬੀਜੇਪੀ ਸੀ ਇੱਕ ਮਤਲਬ ਸਾਡਾ ਜਿਹੜਾ ਹੈਗਾ ਅਚਾਰ ਹੁੰਦਾ, ਉਸ ਅਚਾਰ ਨੂੰ ਛੱਡ ਕੇ ਤੁਸੀਂ ਕਦੇ ਤੁਸੀਂ ਇੱਕ ਕਾਂਗਰਸ ਦੀ ਪ੍ਰਧਾਨ ਨੂੰ ਮੁੰਨੀ ਦੱਸਦੇ ਹੈਗੇ ਆ, ਉਸ ਦੇ ਦੂਏ ਪ੍ਰਧਾਨ ਨੂੰ ਪੱਪੂ ਦੱਸਦੇ ਹੈਗੇ ਆ, ਔਰ ਤੀਏ ਸਰਦਾਰ ਨੂੰ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਬੇਅਸਰ ਸਰਦਾਰ ਦੱਸਦੇ ਹੈਗੇ ਆ। ਅੱਜ ਤੁਸੀਂ ਉਹੀ ਜੁਮਲੇ ਸੇਮ ਟੂ ਸੇਮ ਉੱਥੇ ਜਿਹੜੇ ਹੈਗੇ ਸ਼ਬਦ ਨਾਂ ਜਿਹੜੇ ਉਲਟ ਕਰਕੇ ਕਿਤੇ ਮੋਦੀ ਸਾਹਿਬ ਨੂੰ ਕੁਛ ਕਹਿ ਰਹੇ ਹੈਗੇ ਆ, ਕਦੇ ਬਾਕੀਆਂ ਨੂੰ, ਕਦੇ ਕਿਸੇ ਜਿਹੜੇ ਹੈਗੇ ਆ ਬਜ਼ੁਰਗ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਮੀਸਣਾ ਬੁੜਾ ਦੱਸਣਾ। ਇਹ ਕੋਈ ਸਾਡੀ ਭਾਸ਼ਾ ਥੋੜ੍ਹੋ ਹੈਗੀ ਆ। ਇਹ ਇੱਕ ਸੱਭਿਅਕ ਔਰ ਇੱਕ ਠਹਿਰੇ ਹੋਏ ਲੀਡਰ ਦੀ ਭਾਸ਼ਾ ਨਹੀਂ ਹੈਗੀ। ਲੋੜ ਹੁੰਦੀ ਹੈ ਹਮੇਸ਼ਾ ਪ੍ਰਧਾਨਗੀ ਉਸ ਨੂੰ ਦਿੱਤੀ ਜਾਂਦੀ ਹੈਗੀ ਆ ਜਿਹੜਾ ਬਹੁਤ ਠਹਿਰਿਆ ਵਾ ਬੰਦਾ ਹੋਵੇ, ਜਿਹੜਾ ਬਹੁਤ ਲੋਕਾਂ ਦੇ ਵਿੱਚ ਗੜਿਆ ਵਾ ਬੰਦਾ ਹੋਵੇ। ਤੁਸੀਂ ਦੇਖੋ ਕਿ ਉੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਰੇਲ ਹਾਦਸਾ ਹੋਇਆ, ਉੱਥੇ ਉਹੀ ਬਿਆਨ ਦੇ ਤਾ ਮੈਂ ਜੀ ਇੰਨੇ ਬੰਦੇ ਅਡਾਪਟ ਕਰ ਲਏ, ਮੈਂ ਇੰਨਿਆਂ ਨੂੰ ਨੌਕਰੀਆਂ ਦਊਂਗਾ। ਲਓ, ਇੱਕ ਬੰਦੇ ਦੀ ਤੁਸੀਂ ਸਟੇਟਮੈਂਟ ਦਿਖਾ ਦਿਓ ਕਿ ਕਿਸੇ ਨੂੰ ਨੌਕਰੀ ਦਿੱਤੀ ਹੋਵੇ ਜਾਂ ਕਿਸੇ ਨੂੰ ਅਡਾਪਟ ਕਰਿਆ ਹੋਵੇ। ਔਰ ਦੂਸਰੀ ਗੱਲ, ਇਹ ਟੀਵੀ ਦੇ ਕਲਾਕਾਰ ਹੈਗੇ ਆ ਜਿਵੇਂ ਉੱਥੇ ਐਕਟਿੰਗ ਕਰਦੇ ਆ, ਇੱਥੇ ਕਰਦੇ ਫਿਰੀ ਜਾਂਦੇ। ਕੀ ਸਿਨੈਰੀਓ ਕੀ ਦੇਖਦੇ ਆ ਹੁਣ ਕਾਂਗਰਸ ਦਾ ਪੰਜਾਬ ਦੇ ਵਿੱਚ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹਜੇ ਤੱਕ ਆਪਣੇ ਵਾਅਦਿਆਂ 'ਚ ਫਸੇ ਹੋਏ ਨੇ ਤੇ ਆਪਸੀ ਕਾਟੋ ਕਲੇਸ਼ ਤਕਰੀਬਨ ਡੋਬਦਾ ਨਜ਼ਰ ਆ ਰਿਹਾ। ਘਰ ਦੇ ਵਿੱਚ ਕਲੇਸ਼ ਉਦੋਂ ਹੁੰਦਾ ਜਦੋਂ ਮਿਸਮੈਨੇਜਮੈਂਟ ਹੋਵੇ, ਘਰ ਦੇ ਵਿੱਚ ਪੈਸਾ ਨਾ ਹੋਵੇ। ਉਹ ਕੰਮ ਅੱਜ ਹੋਇਆ ਵਾ ਹੈਗਾ। ਪੰਜਾਬ ਦੇ ਜਿਹੜਾ ਹੈਗਾ ਪੰਜਾਬ ਨੂੰ ਖੋਖਲਾ ਕਰਤਾ, ਚਾਹੇ ਲੋਕਾਂ ਨੂੰ, ਚਾਹੇ ਇੱਕ ਤਾਂ ਦੇਖੋ ਕੁਦਰਤ ਨੇ ਮਾਰ ਮਾਰੀ ਕਰੋਨਾ ਵਾਲੀ, ਦੂਜਾ ਨਜਾਇਜ਼ ਸ਼ਰਾਬ, ਨਜਾਇਜ਼ ਫੈਕਟਰੀਆਂ, ਨਜਾਇਜ਼ ਮਾਈਨਿੰਗ, ਮਤਲਬ ਆਪਣੇ ਘਰ ਤਾਂ ਬਹੁਤ ਭਰ ਲਏ। ਔਰ ਤੁਸੀਂ ਦੇਖੋਗੇ ਕਿ ਪਿੰਡ ਪਿੰਡ, ਸ਼ਹਿਰ ਸ਼ਹਿਰ ਅੱਜ ਲੋਕ ਟਾਇਲਾਂ ਦਾ ਕੰਮ ਚੱਲ ਰਿਹਾ। ਕੀ ਕਾਰਨ ਹੈ? ਉਹ ਲੋਕ ਟਾਇਲ ਕਿੱਥੋਂ ਆ ਰਹੀ ਹੈ? ਉਹਦੇ ਕਾਰਖਾਨਿਆਂ ਦੇ ਮਾਲਕ ਕੌਣ ਹੈਗੇ ਆ? ਕਿਉਂ ਇਹ ਕੰਮ ਜਿਹੜੇ ਹੈਗੇ ਆ ਜ਼ਿਆਦਾ ਕਰਵਾਏ ਜਾ ਰਹੇ ਹੈਗੇ ਆ? ਸੋ ਆਪਣੇ ਘਰ ਭਰੇ ਜਾ ਰਹੇ ਹੈਗੇ ਆ। ਸੁਸਾਇਟੀ ਦਾ ਇੰਨੀ ਬਦਤਰ ਹਾਲਤ ਹੋਈ ਵੀ ਹੈ, ਗਰੀਬ ਆਦਮੀ ਨੂੰ ਇਹ ਨਹੀਂ ਪਤਾ ਹੈਗਾ ਕਿ ਸ਼ਾਮ ਨੂੰ ਰੋਟੀ ਮਿਲੂ ਜਾਂ ਨਹੀਂ। ਇੱਕ ਮੁੱਦਾ ਜਿਹੜਾ ਸਭ ਤੋਂ ਵੱਡਾ ਹਜੇ ਤੱਕ ਗਲ ਦੀ ਹੱਡੀ ਬਣਿਆ ਹੈ ਕੈਪਟਨ ਅਮਰਿੰਦਰ ਦੀ, ਉਹ ਹੈਗਾ ਬੇਅਦਬੀ ਦੇ ਮਾਮਲੇ। ਹਜੇ ਤੱਕ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ। ਹਾਂ, ਇੱਕ ਰਿਹਰਸਲ ਚੱਲਦੀ ਜ਼ਰੂਰ ਨਜ਼ਰ ਆ ਰਹੀ ਹੈ। ਰਿਹਰਸਲ ਹੈਗੀ ਆ ਕਿ ਬਾਦਲਾਂ ਨੂੰ ਬੁਲਾ ਕੇ ਪੁੱਛ ਗਿੱਛ ਕਰਨੀ, ਜਾਂ ਰਿਹਰਸਲਾਂ ਹੀ ਇਸ ਨੂੰ ਕਵਾਂਗੇ ਕਿਉਂਕਿ ਨਤੀਜਾ ਫਿਰ ਵੀ ਨਿਕਲ ਨਜ਼ਰ ਨਹੀਂ ਆ ਰਿਹਾ ਹੈਗਾ। ਮੈਂ ਦੇਖੋ, ਮੈਂ ਤੁਹਾਨੂੰ ਸਿੰਪਲ ਇੱਕ ਗੱਲ ਕਰਾਂ, ਅੱਜ ਬਹੁਤ ਵੱਡੀ ਗੱਲ ਮੈਂ ਕਹਿਣ ਲੱਗਿਆ ਕਿ ਥਾਣਿਆਂ ਦੇ ਵਿੱਚ ਆਈਓ ਹੁੰਦੇ ਆ, ਜਿਹਨੂੰ ਇਨਵੈਸਟੀਗੇਟਿੰਗ ਆਫੀਸਰ ਕਹਿੰਦੇ ਆ। ਉਹ ਇੰਨੇ ਸਿਆਣੇ ਹੁੰਦੇ ਆ, ਇੰਨੇ ਇੰਟੈਲੀਜੈਂਟ ਹੁੰਦੇ ਆ। ਜੇ ਉਹਨਾਂ ਨੇ ਕੰਮ ਕਰਨਾ ਹੋਵੇ, ਪੈਸੇ ਨਾਲ ਲੈਣੇ ਹੋਣ, ਤੁਸੀਂ ਇੱਕ ਚੰਗੇ ਆਈਓ ਨੂੰ, ਥਾਣੇਦਾਰ ਨੂੰ, ਇੰਸਪੈਕਟਰ ਲੈਵਲ ਦੇ ਨੂੰ ਜਾਂ ਸਬ ਇੰਸਪੈਕਟਰ ਲੈਵਲ ਦੇ ਨੂੰ ਲਾ ਦਿਓ, 5 ਦਿਨਾਂ ਦੇ ਵਿੱਚ ਜਿਹੜਾ ਹੈਗਾ ਬੇਅਦਬੀ ਦਾ ਸਾਰਾ ਕੁਝ ਕੱਢ ਕੇ ਰੱਖ ਦੂਗਾ। ਉਹ ਲੋਕ ਜਿਹੜੇ IPS ਡਾਇਰੈਕਟ ਆਉਂਦੇ ਹੈਗੇ ਆ ਪੋਸਟਾਂ ਦੇ ਉੱਤੇ, ਜਿਨ੍ਹਾਂ ਨੂੰ ਥਾਣਿਆਂ ਦੇ ਵਿੱਚ ਲੋਕਾਂ ਦੇ ਕਲਚਰ ਦੀ, ਲੋਕਾਂ ਦੇ ਕਰੈਕਟਰ ਦੀ, ਲੋਕਾਂ ਦੇ ਸਿਸਟਮ ਦਾ ਪਤਾ ਹੀ ਨਹੀਂ ਹੈਗਾ। ਉਹ ਜਿਹੜੇ ਹੈਗੇ ਆ ਵੱਡੀਆਂ ਵੱਡੀਆਂ ਕਾਰਾਂ ਦੇ ਵਿੱਚ ਆਉਂਦੇ ਆ, 10-10 ਬੰਦੇ ਉਹਨਾਂ ਨੂੰ ਪਹਿਲਾਂ ਪ੍ਰੋਟੈਕਟ ਕਰਦੇ ਫਿਰਦੇ ਹੈਗੇ ਆ। ਉਹ ਗੇੜਾ ਖਾਂਦੇ ਆ, ਉਹ ਪੈਸੇ ਜਿਹੜੇ TADA ਪਾਉਂਦੇ ਹੈਗੇ ਆ, ਪੈਟਰੋਲ ਡੀਜ਼ਲ ਫੂਕਦੇ ਫਿਰਦੇ ਹੈਗੇ ਆ। ਅਖੀਰ ਰਿਜ਼ਲਟ ਜ਼ੀਰੋ। ਇੱਕ IG ਸਾਹਿਬ ਆਏ ਸੀ, ਕੁੰਵਰ ਵਿਜੇ ਪ੍ਰਤਾਪ, ਤੁਸੀਂ ਸੋਚ ਕੇ ਹੈਰਾਨ ਰਹੋਗੇ ਕਿ ਉਹਨਾਂ ਨੇ ਬਿਆਨ ਦਿੱਤੇ ਪ੍ਰੈਸ ਦੇ ਵਿੱਚ। ਮੈਂ ਇੱਥੇ ਸਾਰੇ ਵਕੀਲ ਸਾਹਿਬਾਨ ਬੈਠੇ ਆ, ਇਹਨਾਂ ਦੇ ਸਾਹਮਣੇ ਇੱਕ ਗੱਲ ਕਹਿ ਰਿਹਾ ਕਿ ਜੇ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ, ਉਹਦਾ ਕੋਈ ਪਾਰਟ ਜਿਹੜਾ ਹੈਗਾ ਅਸੀਂ RTI 'ਚ ਵੀ ਨਹੀਂ ਲੈ ਸਕਦੇ। ਠੀਕ ਹੈ। ਨੰਬਰ 2, ਕੋਈ IO ਜਾਂ ਜੁਡੀਸ਼ੀਅਲ ਆਫਿਸਰ, he never speaks through his mouth, he speaks with his pen। ਠੀਕ ਹੈ। ਤੁਸੀਂ ਇਨਵੈਸਟੀਗੇਸ਼ਨ ਕਰਨੀ ਕਰੋ, ਤੁਸੀਂ ਰੋਜ਼ ਜਿਹੜਾ ਹੈਗਾ ਮੀਡੀਆ ਨੂੰ ਇਕੱਠਾ ਕਰਕੇ ਬਹਿ ਜਾਂਦੇ ਆ, ਆਖੇ ਜੀ ਮੈਂ ਇੰਟਰਨੈਸ਼ਨਲ ਲੈਵਲ ਦੀ ਉਹ ਕਰਤੀ ਹੈ ਨਾ। ਔਰ ਇੰਟਰਨੈਸ਼ਨਲ ਲੈਵਲ ਦੀ ਕੀ ਕਰੀ? ਉਹਦੇ ਵਿੱਚ ਮੈਂ ਉਹ ਦੇਖ ਰਿਹਾ ਸੀ ਕਿ ਇੱਕ IG ਤੇ FIR ਜਿਹੜੀ ਦਰਜ ਕੀਤੀ ਆ, ਇੱਕ ਥਾਂ ਦੇ ਉੱਤੇ ਉਹਦੀ ਡਿਊਟੀ ਉਹ ਨਹੀਂ ਹੈਗੀ, ਉਹ ਉੱਥੇ ਗਏ ਹੀ ਨਹੀਂ, ਉਹਦਾ ਨਾਂ ਵੀ ਵਿੱਚ ਪਤਾ। ਬਾਬਾ ਉਹ ਕਿਆ ਸੱਚੇ ਸੌਦੇ ਵਾਲਾ ਹੈਗਾ, ਉਹਦਾ ਨਾਂ ਥਾਂ ਥਾਂ 'ਤੇ ਬੋਲ ਰਿਹਾ ਹੈਗਾ, ਉਹਨੂੰ ਕੋਈ ਇਨਵੈਸਟੀਗੇਸ਼ਨ ਨਹੀਂ ਕਰਨ ਜਾਂਦਾ ਹੈਗਾ।
ਉਹਦਾ ਹੁਣ ਤੱਕ ਕਿਸੇ ਨੇ ਬਿਆਨ ਨਹੀਂ ਲਿਖਿਆ ਹੈਗਾ। ਤੁਸੀਂ ਕਿੱਥੇ ਮਤਲਬ ਕੀ ਉਹ ਕਰਨ ਦੀ, ਤੁਸੀਂ ਪੋਲੀਟਿਕਸ ਕਰਦੇ ਆ, ਤੁਸੀਂ ਵੱਡੇ ਵੱਡੇ ਬਿਆਨਾਂ ਲਿਖ ਕੇ ਕਦੇ ਅਕਸ਼ੇ ਕੁਮਾਰ ਬੁਲਾ ਲਿਆ ਜੀ, ਕਦੇ ਕੋਈ ਬੁਲਾ ਲਿਆ। ਇੱਕ ਮੀਡੀਆ ਨੂੰ ਪ੍ਰਭਾਵਿਤ ਕਰਨ ਵਾਸਤੇ ਤੁਸੀਂ ਇਸ ਤਰ੍ਹਾਂ ਇਨਵੈਸਟੀਗੇਸ਼ਨ ਵਾਸਤੇ ਇੱਕ ਚੰਗੇ ਇਨਵੈਸਟੀਗੇਟਰ ਨੂੰ ਬੁਲਾ ਲਓ, ਉਹ ਵੱਧੋ ਵੱਧ 2 ਦਿਨਾਂ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਕਰਕੇ ਨਿਤਾਰਾ। ਆਨਰੇਬਲ ਹਾਈ ਕੋਰਟ ਨੇ ਬਿਲਕੁਲ ਕਲੀਅਰ ਕਿਹਾ ਕਿ ਬਿਲਕੁਲ ਸਿੱਧੇ ਤਰੀਕੇ ਦੀ ਇਨਵੈਸਟੀਗੇਸ਼ਨ ਸੀ, ਇਹਨੂੰ ਜਾਣ ਕੇ ਉਲਝਾਇਆ ਗਿਆ, ਇਹਨੂੰ ਫਿਲਮੀ ਰੂਪ ਦਿੱਤਾ ਗਿਆ। ਨਵੀਂ ਜਿਹੜੀ ਬਣੀ ਆ ਕਮੇਟੀ ਲੱਗਦਾ ਵੀ ਕੁਝ ਕਰ ਪਾਊਗੀ, ਜਿਹੜੀ ਸਿੱਟ ਨਵੀਂ ਬਣੀ ਆ, ਜਾਂ ਫਿਰ ਰਹਿਸਲਾਂ ਹੀ ਚੱਲੀ ਜਾਣੀਆਂ ਨੇ, ਨਤੀਜਾ ਕਿਤੇ ਨਜ਼ਰ ਨਹੀਂ ਆਉਣਾ? ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹਦੇ ਤੇ ਪੋਲੀਟਿਕਸ ਹੋ ਰਹੀ ਹੈ, ਔਰ ਪੋਲੀਟਿਕਸ ਹੀ ਹੋਣੀ ਹੈ, ਔਰ ਉਹ ਪੋਲੀਟਿਕਸ ਕਿਹਨੂੰ ਸੂਟ ਕਰਦੀ ਹੈਗੀ ਹੈ, ਇਹਦਾ ਜਿਹੜਾ ਹੈਗਾ ਰਿਜ਼ਲਟ ਕੋਈ ਨਹੀਂ ਨਿਕਲਣਾ ਹੈਗਾ। ਪਿਛਲੀ ਵਾਰ ਜਿਹੜਾ ਹੈਗਾ ਕਾਂਗਰਸ ਨੂੰ ਸੂਟ ਕਰ ਗਈ, ਉਹ ਅਗਲੀ ਵਾਰ ਕਿਹਨੂੰ ਕਰੂਗੀ ਉਹ ਤੁਸੀਂ ਦੇਖ ਲਿਓ। ਅਤੇ ਉਹ ਤੋਂ ਬਾਅਦ ਅਲਟੀਮੇਟਲੀ ਜਿਸ ਤਰ੍ਹਾਂ ਪਹਿਲੇ ਇਸ ਤਰ੍ਹਾਂ ਦੇ ਮਰਡਰ ਦਬ ਕੇ ਰਹਿ ਗਏ ਥੱਲੇ, ਅਖੀਰ ਦੇ ਵਿੱਚ ਇਨਵੈਸਟੀਗੇਸ਼ਨਾਂ ਕਲੋਜ਼ ਹੋ ਜਾਣਗੀਆਂ। ਫਿਰ ਉਹ ਕਮਿਸ਼ਨਾਂ ਦੀਆਂ ਰਿਪੋਰਟਾਂ 'ਤੇ ਫਿਰ 15 ਸਾਲ ਬਾਅਦ ਲੋਕ ਕਿਹਾ ਕਰਨਗੇ ਜੀ ਉੱਥੇ ਫਲਾਣੀ ਬੇਅਦਬੀ ਹੋਈ ਸੀ, ਇੰਨਾ ਬੰਦੇ ਮਰੇ ਸੀ, ਅਤੇ ਉਹ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਲਈ ਜ਼ਿੰਮੇਵਾਰ ਫਲਾਣਾ ਸੀ ਜੀ, ਸੈਣੀ ਸੀ ਜੀ, ਉਹ ਸੀ ਜੀ, ਉਹ ਸੀ ਜੀ। ਇਹ ਗੱਲਾਂ ਆਪਾਂ ਜਿਹੜਾ ਹੈਗਾ ਸਟੇਜਾਂ ਦੇ ਉੱਤੇ ਖੜ੍ਹ ਕੇ ਜਿਹੜੇ ਹੈਗੇ ਲੈਕਚਰ ਲੀਡਰ ਦਿਆ ਕਰਨਗੇ, ਔਰ ਕੁਛ ਨਹੀਂ ਹੋਊਗਾ ਇਹਦੇ 'ਚ। ਜੀ ਬਿਲਕੁਲ, ਥੈਂਕ ਯੂ ਵੈਰੀ ਮਚ ਧਾਨੀ ਸਾਹਿਬ, ਤੁਸੀਂ ਬੜਾ ਥੈਂਕ ਯੂ ਜੀ।